ਗੁੱਡ ਮਾਰਨਿੰਗ ਬੱਚਿਓ। BA ਸਮੈਸਟਰ ਚੌਥਾ ਦੇ ਲਾਜ਼ਮੀ ਪੰਜਾਬੀ ਵਿਸ਼ੇ ਅਧੀਨ ਛੇ ਛੱਲਾ ਇਕਾਂਗੀ ਸੰਗ੍ਰਹਿ ਵਿੱਚੋਂ ਇਕਾਂਗੀ ਮਨ ਦੀਆਂ ਮਨ ਵਿੱਚ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਅੱਜ ਅਸੀਂ ਕਰਾਂਗੇ। ਉਸ ਤੋਂ ਪਹਿਲਾਂ ਜਿਨ੍ਹਾਂ ਵਿਦਿਆਰਥੀਆਂ ਨੇ ਹਾਲੇ ਤੱਕ ਇਸ ਇਕਾਂਗੀ ਨੂੰ ਨਹੀਂ ਪੜ੍ਹਿਆ, ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਲਿੰਕ ਤੋਂ ਇਸ ਪੂਰੇ ਇਕਾਂਗੀ ਨੂੰ ਸੁਣੋ। ਇਹ ਬੱਚਿਓ ਇਕਾਂਗੀ ਅੰਬੋ ਅਤੇ ਸ਼ੇਰੂ ਦੀ ਕਹਾਣੀ ਹੈ, ਜੋ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਹੁੰਦੇ ਆ, ਪਰ ਉਹਨਾਂ ਦੀ ਇਹ ਇੱਛਾ ਮਨ ਦੀ ਮਨ ਵਿੱਚ ਹੀ ਰਹਿ ਜਾਂਦੀ ਹੈ। ਸੋ ਇਸ ਕਹਾਣੀ ਦਾ ਜਿਹੜਾ ਟਾਈਟਲ ਹੈ, ਉਸ ਤੋਂ ਹੀ ਤੁਹਾਨੂੰ ਪਤਾ ਲੱਗਦਾ ਹੋਏਗਾ ਕਿ ਇੱਕ ਇੱਛਾ ਕਿਸੇ ਦੀ ਅਧੂਰੀ ਰਹਿ ਜਾਣ ਦੇ ਉੱਤੇ ਇਹ ਬਣਿਆ ਹੋਇਆ। ਸੋ ਸ਼ੁਰੂ ਕਰਦੇ ਹਾਂ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ, ਮਨ ਦੀਆਂ ਮਨ ਵਿੱਚ ਇਕਾਂਗੀ ਦਾ ਵਿਸ਼ਾ ਕੀ ਹੈ? ਸੰਖੇਪ ਉੱਤਰ ਦਿਓ। ਉੱਤਰ, ਮਨ ਦੀਆਂ ਮਨ ਵਿੱਚ ਇਕਾਂਗੀ ਵਿੱਚ ਇਕਾਂਗੀਕਾਰ ਨੇ ਅਣਜੋੜ ਵਿਆਹ ਦੀ ਸਮੱਸਿਆ ਨੂੰ ਪੇਸ਼ ਕੀਤਾ ਹੈ। ਮਾਪਿਆਂ ਦੀ ਕੁੜੀ ਦੀ ਰਾਏ ਤੋਂ ਬਿਨਾਂ ਉਸਨੂੰ ਸ਼ਰਾਬੀ ਕਬਾਬੀ ਨਾਲ ਵਿਆਹ ਦੇਣਾ, ਅਜਿਹੇ ਆਦਮੀ ਦਾ ਘਰ-ਬਾਰ ਸ਼ਰਾਬ ਦੇ ਮੂੰਹ ਉਜਾੜ ਕੇ ਕਈ ਸਾਲ ਬਿਨਾਂ ਪਤਨੀ ਦੀ ਸਾਰ ਲਿਆਂ ਘਰੋਂ ਬਾਹਰ ਗੁਜ਼ਾਰ ਦੇਣਾ ਅਤੇ ਪਤਨੀ ਦੇ ਪੱਲੇ ਦੁੱਖ ਅਤੇ ਔਕੜਾਂ ਦਾ ਪਏ ਰਹਿਣਾ ਆਦਿ ਅਣਜੋੜ ਵਿਆਹ ਦੇ ਦੁਖਾਂਤ ਦੇ ਉਜਾਗਰ ਕਰਨ ਵਾਲੀਆਂ ਘਟਨਾਵਾਂ ਨੂੰ ਇਸ ਇਕਾਂਗੀ ਵਿੱਚ ਛੋਹਿਆ ਗਿਆ ਹੈ। ਪ੍ਰਸ਼ਨ ਦੂਸਰਾ, ਮਨ ਦੀਆਂ ਮਨ ਵਿੱਚ ਇਕਾਂਗੀ ਦੇ ਆਰੰਭਕ ਦ੍ਰਿਸ਼ ਦਾ ਚਿੱਤਰ ਪੇਸ਼ ਕਰੋ। ਉੱਤਰ, ਮਨ ਦੀਆਂ ਮਨ ਵਿੱਚ ਇਕਾਂਗੀ ਦੇ ਆਰੰਭਿਕ ਦ੍ਰਿਸ਼ ਵਿੱਚ ਅਸੀਂ ਦੇਖਦੇ ਹਾਂ ਕਿ ਕਿਸੇ ਪਿੰਡ ਦੇ ਵਿਚਕਾਰ ਇੱਕ ਤੰਗ ਅਤੇ ਗੰਦੀ ਗਲੀ ਵਿੱਚ ਢੱਠਾ ਜਿਹਾ ਘਰ ਹੈ, ਜਿਸ ਦਾ ਬੂਹਾ ਚੜ੍ਹਦੇ ਪਾਸੇ ਖੁੱਲ੍ਹਦਾ ਹੈ। ਵਿਹੜੇ ਵਿੱਚ ਨਿੰਮ ਦਾ ਬੂਟਾ ਹੈ। 30 ਕੁ ਸਾਲ ਦੀ ਇੱਕ ਉੱਚੀ ਲੰਮੀ ਸੁਨੱਖੀ ਮੁਟਿਆਰ ਸੁਰਮਾ ਪਾ ਰਹੀ ਹੈ। ਉਸਦੇ ਸਾਰੇ ਕੱਪੜੇ ਨਵੇਂ ਹਨ ਅਤੇ ਉਹ ਅਪਾਰ ਖੁਸ਼ੀ ਵਿੱਚ ਦਿਖਾਈ ਦਿੰਦੀ ਹੈ। ਪ੍ਰਸ਼ਨ ਤੀਸਰਾ, ਜਦੋਂ ਸ਼ੇਰੂ ਸਟੇਜ ਉੱਤੇ ਆਉਂਦਾ ਹੈ ਤਾਂ ਉਹ ਕਿਹੋ ਜਿਹਾ ਦਿਖਾਈ ਦਿੰਦਾ ਹੈ? ਉੱਤਰ, ਸ਼ੇਰੂ ਦੀ ਉਮਰ 30 ਕੁ ਸਾਲ ਹੈ। ਉਹ ਭਰਮਾ ਗੱਭਰੂ ਹੈ। ਉਸਦੇ ਗਲ ਵਿੱਚ ਗਾਨੀ, ਤੇੜ ਲੱਠੇ ਦੀ ਚਾਦਰ ਦਾ ਤੰਬਾ ਅਤੇ ਸਿਰ ਉੱਪਰ ਨਸਵਾਰੀ ਰੰਗ ਦੀ ਸ਼ਮਲੇ ਵਾਲੀ ਪੱਗ ਹੈ। ਉਸਨੇ ਮੂੰਹ ਅਤੇ ਮੁੱਛਾਂ ਨੂੰ ਅਤਰ ਨਾਲ ਚੋਪੜਿਆ ਹੋਇਆ ਹੈ। ਪ੍ਰਸ਼ਨ ਚੌਥਾ, ਅੰਬੋ ਖੁਸ਼ ਕਿਉਂ ਸੀ? ਉੱਤਰ, ਅੰਬੋ ਨੇ 14 ਸਾਲ ਦੁੱਖ ਅਤੇ ਗਮ ਵਿੱਚ ਗੁਜ਼ਾਰੇ ਸਨ, ਕਿਉਂਕਿ ਉਸਦਾ ਪਤੀ ਸਭ ਕੁਛ ਸ਼ਰਾਬ ਦੇ ਮੂੰਹ ਉਜਾੜ ਕੇ ਕਿਧਰੇ ਚਲਾ ਗਿਆ ਸੀ ਅਤੇ ਉਸਨੇ ਕਦੇ ਉਸਦੀ ਸਾਰ ਨਹੀਂ ਸੀ ਲਈ। ਅੱਜ ਉਹ ਇਸੇ ਕਰਕੇ ਖੁਸ਼ ਸੀ ਕਿਉਂਕਿ ਉਸਦਾ ਆਪਣੀ ਪਸੰਦ ਦੇ ਮਰਦ ਸ਼ੇਰੂ ਨਾਲ ਪੁਨਰ ਵਿਆਹ ਹੋ ਰਿਹਾ ਸੀ ਅਤੇ ਉਸਨੂੰ ਆਪਣੀ ਦੁੱਖਾਂ ਭਰੀ ਜ਼ਿੰਦਗੀ ਦਾ ਅੰਤ ਹੋਇਆ ਜਾਪਦਾ ਸੀ। ਪ੍ਰਸ਼ਨ ਪੰਜਵਾਂ, ਸ਼ੇਰੂ ਅਤੇ ਅੰਬੋ ਦਾ ਪਿਆਰ ਕਿਸ ਤਰ੍ਹਾਂ ਪਿਆ ਸੀ? ਉੱਤਰ, ਇੱਕ ਦਿਨ ਮੇਲਾ ਸੀ। ਸ਼ੇਰੂ ਖੂਹ ਉੱਤੇ ਪਸ਼ੂਆਂ ਨੂੰ ਪਾਣੀ ਪਿਲਾਉਂਦਾ ਸੀ ਅਤੇ ਅੰਬੋ ਉੱਥੇ ਘੜਾ ਭਰਨ ਲਈ ਗਈ ਸੀ। ਉਸ ਦਿਨ ਅੰਬੋ ਨੂੰ ਸ਼ੇਰੂ ਬੜਾ ਖੁਸ਼ ਪ੍ਰਤੀਤ ਹੋਇਆ ਸੀ। ਉਹ ਅੰਬੋ ਦੇ ਘੜਾ ਚੁੱਕ ਕੇ ਲੈ ਜਾਣ ਮਗਰੋਂ ਉਸਦੀ ਹਾਲਤ ਬਾਰੇ ਸੋਚ ਕੇ ਕਿੰਨਾ ਚਿਰ ਖੜਾ ਰੋਂਦਾ ਰਿਹਾ। ਉਸਨੇ ਦਿਲ ਵਿੱਚ ਫੈਸਲਾ ਕਰ ਲਿਆ ਕਿ ਅੰਬੋ ਨਾਲ ਵਿਆਹ ਕਰਾ ਕੇ ਉਸਦਾ ਦੁੱਖ ਜ਼ਰੂਰ ਕੱਟੇਗਾ। ਪ੍ਰਸ਼ਨ ਛੇਵਾਂ, ਸ਼ੇਰੂ ਨੇ ਅੰਬੋ ਨਾਲ ਵਿਆਹ ਕਰਾਉਣ ਲਈ ਕੀ ਕੁਝ ਕੀਤਾ? ਉੱਤਰ, ਸ਼ੇਰੂ ਨੇ ਅੰਬੋ ਨਾਲ ਵਿਆਹ ਕਰਾਉਣ ਲਈ ਸਭ ਆਕੜਾਂ ਛੱਡ ਦਿੱਤੀਆਂ। ਉਸਨੇ ਮਿੰਨਤਾਂ ਅਤੇ ਨਿਰਮਾਣਤਾ ਤੋਂ ਕੰਮ ਲੈਂਦਿਆਂ ਪਿੰਡ ਨੂੰ ਅੰਬੋ ਉੱਤੇ ਚਾਦਰ ਪਾਉਣ ਲਈ ਰਾਜ਼ੀ ਕਰ ਲਿਆ। ਇਸ ਤਰ੍ਹਾਂ ਕਰਦਿਆਂ ਉਸਨੂੰ ਦੁੱਖਾਂ ਵਿੱਚ ਵੀ ਸਵਾਦ ਆਇਆ। ਪ੍ਰਸ਼ਨ ਸੱਤਵਾਂ, ਕਰਮੋ ਅਤੇ ਅੰਬੋ ਦੀ ਟੱਕਰ ਨੂੰ ਸੰਖੇਪ ਰੂਪ ਵਿੱਚ ਪੇਸ਼ ਕਰੋ। ਉੱਤਰ, ਕਰਮੋ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸਦੀ ਭਾਬੀ ਅੰਬੋ ਦੂਜਾ ਵਿਆਹ ਕਰਾ ਰਹੀ ਹੈ ਤਾਂ ਉਹ ਉਸਨੂੰ ਗਾਲਾਂ ਕੱਢਦੀ ਹੈ। ਅੰਬੋ ਉਸਨੂੰ ਖਰੀਆਂ ਸੁਣਾਉਂਦੀ ਹੈ ਅਤੇ ਕਹਿੰਦੀ ਹੈ ਕਿ 12 ਸਾਲਾਂ ਤੋਂ ਘਰ ਦੀ ਬਾਤ ਨਾ ਪੁੱਛਣ ਵਾਲੇ ਪਤੀ ਨੂੰ ਉਹ ਮਰ ਚੁੱਕਾ ਸਮਝਦੀ ਹੈ। ਨਾਲ ਹੀ ਉਹ ਕਹਿੰਦੀ ਹੈ ਕਿ ਉਸਨੇ ਔਖੇ ਸਮੇਂ ਵਿੱਚ ਉਸਦੀ ਕੋਈ ਮਦਦ ਨਹੀਂ ਕੀਤੀ, ਜਦ ਕਿ ਉਸਦਾ ਪਤੀ ਸਾਰਾ ਘਰ ਸ਼ਰਾਬ ਦੇ ਮੂੰਹ ਉਜਾੜ ਗਿਆ ਸੀ। ਕੋਈ ਪੇਸ਼ ਨਾ ਜਾਂਦੀ ਦੇਖ ਕੇ ਕਰਮੋ ਦੁਰ ਅਸੀਸਾਂ ਦਿੰਦੀ ਹੈ ਅਤੇ ਨੰਬਰਦਾਰ ਆ ਕੇ ਉਸਨੂੰ ਵਰਜਦਾ ਹੈ। ਪ੍ਰਸ਼ਨ ਅੱਠਵਾਂ, ਕਰਮੋ ਨੰਬਰਦਾਰ ਦੇ ਵਿਰੋਧ ਵਿੱਚ ਕੀ ਦਲੀਲਾਂ ਦਿੰਦੀ ਹੈ? ਉੱਤਰ, ਕਰਮੋ ਨੰਬਰਦਾਰ ਨੂੰ ਕਹਿੰਦੀ ਹੈ ਕਿ ਅੰਬੋ ਤਾਂ ਬਦਕਾਰ ਹੈ ਅਤੇ ਉਸਨੂੰ ਅਤੇ ਪਿੰਡ ਦੀ ਪੰਚਾਇਤ ਨੂੰ ਉਸਦੇ ਅਜਿਹੇ ਬੁਰੇ ਚਾਲ ਚੱਲਣ ਬਾਰੇ ਸੋਚ ਕੇ ਉਸਨੂੰ ਆਪਣੀ ਮਰਜ਼ੀ ਨਾਲ ਸ਼ੇਰੂ ਨਾਲ ਵਿਆਹ ਨਹੀਂ ਸੀ ਕਰਨ ਦੇਣਾ ਚਾਹੀਦਾ। ਫਿਰ ਉਹ ਇਹ ਵੀ ਕਹਿੰਦੀ ਹੈ ਕਿ ਉਸਦਾ ਭਰਾ ਜਦੋਂ ਘਰ ਆ ਗਿਆ ਤਾਂ ਉਹ ਕਮਾਈ ਕਰਕੇ ਘਰ ਭਰ ਦੇਵੇਗਾ, ਜਿਸ ਨਾਲ ਅੰਬੋ ਦੇ ਦੁੱਖ ਕੱਟੇ ਜਾਣਗੇ। ਇਸ ਕਰਕੇ ਉਹ ਉਸਨੂੰ ਸ਼ੇਰੂ ਨਾਲ ਚਾਦਰਦਾਰੀ ਨਾ ਕਰਨ ਦੇਣ। ਪ੍ਰਸ਼ਨ ਨੌਵਾਂ, ਕਰਮੇ ਦੇ ਸਟੇਜ ਉੱਤੇ ਪੁੱਜਣ ਦਾ ਦ੍ਰਿਸ਼ ਪੇਸ਼ ਕਰੋ। ਉੱਤਰ, ਜਦੋਂ ਅੰਬੋ ਅਤੇ ਕਰਮੋ ਦਾ ਝਗੜਾ ਚੱਲ ਰਿਹਾ ਸੀ, ਉਸ ਸਮੇਂ ਬਿਮਾਰੀ ਦਾ ਖਾਧਾ ਹੋਇਆ ਅਤੇ ਦਮੇ ਦਾ ਮਰੀਜ਼ ਬਣਿਆ ਖੰਘਦਾ ਹੋਇਆ ਅੰਬੋ ਦਾ ਪਤੀ ਕਰਮਾ ਆਉਂਦਾ ਹੈ। ਉਹ ਨੰਬਰਦਾਰ ਨੂੰ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹੈ ਅਤੇ ਕਰਮੋ ਨੂੰ ਰੋਣੋਂ ਚੁੱਪ ਕਰਾਉਂਦਾ ਹੈ। ਉਹ ਦੱਸਦਾ ਹੈ ਕਿ ਉਸਦੀ ਅੱਜ ਪਰਤਣ ਦੀ ਸਲਾਹ ਨਹੀਂ ਸੀ। ਉਹ ਉਸਦੀ ਬਿਮਾਰੀ, ਜੋ ਕਿ ਨਸ਼ੇ ਪੀਣ ਨਾਲ ਉਸਨੂੰ ਲੱਗ ਗਈ ਸੀ, ਵੱਧਦੀ ਹੀ ਜਾ ਰਹੀ ਸੀ, ਇਸ ਕਰਕੇ ਉਹ ਆ ਗਿਆ। ਉਸ ਕੋਲ ਕੋਈ ਸਮਾਨ ਨਹੀਂ ਸੀ, ਸਗੋਂ ਤਨ ਦੇ ਮਾੜੇ ਮੋਟੇ ਕੱਪੜੇ ਹੀ ਸਨ। ਪ੍ਰਸ਼ਨ 10ਵਾਂ, ਕਰਮੇ ਦੇ ਆਉਣ ਨਾਲ ਅੰਬੋ ਦੀ ਕੀ ਹਾਲਤ ਹੁੰਦੀ ਹੈ ਜਾਂ ਅੰਬੋ ਦੇ ਮਨ ਦੀਆਂ ਕਿਸ ਤਰ੍ਹਾਂ ਮਨ ਵਿੱਚ ਰਹਿ ਗਈਆਂ?
ਜਾਂ ਮਨ ਦੀਆਂ ਮਨ ਵਿੱਚ ਇਕਾਂਗੀ ਹੋਣੀ ਦਾ ਦੁਖਾਂਤ ਹੈ। ਕਿਵੇਂ? ਉੱਤਰ, ਕਰਮੇ ਦੇ ਆਉਣ ਨਾਲ ਅੰਬੋ ਦੇ ਮਨ ਦੀਆਂ ਮਨ ਵਿੱਚ ਰਹਿ ਜਾਂਦੀਆਂ ਹਨ। ਉਸਦੇ ਮਨ ਨੂੰ ਜ਼ਬਰਦਸਤ ਧੱਕਾ ਵੱਜਦਾ ਹੈ। ਉਹ ਚੁਫਾਲ ਡਿੱਗਦੀ ਹੈ ਅਤੇ ਦਮ ਤੋੜ ਜਾਂਦੀ ਹੈ। ਉਸਨੇ ਨਾ ਕਰਮੇ ਨਾਲ ਵਿਆਹ ਕਰਾ ਕੇ ਸੁਖੀ ਜੀਵਨ ਗੁਜ਼ਾਰਿਆ ਅਤੇ ਨਾ ਹੀ ਉਹ ਸ਼ੇਰੂ ਨਾਲ ਵਿਆਹ ਕਰਾ ਕੇ ਸੁਖੀ ਜੀਵਨ ਗੁਜ਼ਾਰਨ ਦੇ ਸੁਪਨੇ ਪੂਰੇ ਕਰ ਸਕੀ। ਇਸ ਪ੍ਰਕਾਰ ਇਹ ਇਕਾਂਗੀ ਹੋਣੀ ਦਾ ਦੁਖਾਂਤ ਬਣ ਕੇ ਰਹਿ ਜਾਂਦਾ ਹੈ। ਪ੍ਰਸ਼ਨ 11ਵਾਂ, ਮਨ ਦੀਆਂ ਮਨ ਵਿੱਚ ਸ਼ੇਰੂ ਅੰਬੋ 'ਤੇ ਚਾਦਰ ਪਾਉਣ ਵਿੱਚ ਕਿਉਂ ਅਸਫਲ ਰਹਿੰਦਾ ਹੈ? ਉੱਤਰ, ਅੰਬੋ ਦੇ ਪਤੀ ਕਰਮੇ ਦੇ ਮੌਕੇ ਉੱਤੇ ਆ ਜਾਣ ਕਰਕੇ ਸ਼ੇਰੂ ਅੰਬੋ ਉੱਤੇ ਚਾਦਰ ਪਾਉਣ ਵਿੱਚ ਅਸਫਲ ਰਹਿੰਦਾ ਹੈ। ਪ੍ਰਸ਼ਨ 12ਵਾਂ, ਅੰਬੋ ਦੇ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਸੰਖੇਪ ਰੂਪ ਵਿੱਚ ਲਿਖੋ। ਉੱਤਰ, ਅੰਬੋ ਮਨ ਦੀਆਂ ਮਨ ਵਿੱਚ ਇਕਾਂਗੀ ਦੀ ਮੁੱਖ ਪਾਤਰ ਹੈ। ਉਹ ਇੱਕ ਬਦਕਿਸਮਤ, ਦੁਖੀ, ਰੀਝਾਂ ਨਾਲ ਭਰੀ ਹੋਈ ਅਤੇ ਉੱਚੇ ਚਰਿੱਤਰ ਦੀ ਮਾਲਕ ਹੈ। ਉਹ ਲੋੜ ਪੈਣ 'ਤੇ ਖਰੀਆਂ ਵੀ ਸੁਣਾਉਂਦੀ ਹੈ। ਇਕਾਂਗੀ ਦੇ ਅੰਤ ਵਿੱਚ ਉਸਦੇ ਮਨ ਦੀਆਂ ਮਨ ਵਿੱਚ ਰਹਿ ਜਾਂਦੀਆਂ ਹਨ। ਪ੍ਰਸ਼ਨ 13ਵਾਂ, ਕੁੜੀਆਂ ਦੇ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਹਨ। ਕਿਵੇਂ? ਉੱਤਰ, ਮਨ ਦੀਆਂ ਮਨ ਵਿੱਚ ਇਕਾਂਗੀ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪਹਿਲਾਂ ਤਾਂ ਕੁੜੀਆਂ ਦੀ ਉਹਨਾਂ ਦੇ ਵਿਆਹ ਦੇ ਮਾਮਲੇ ਵਿੱਚ ਕੋਈ ਸਲਾਹ ਨਹੀਂ ਲਈ ਜਾਂਦੀ ਅਤੇ ਫਿਰ ਜਦੋਂ ਕਿਸੇ ਕੁੜੀ ਦਾ ਸ਼ਰਾਬੀ ਕਬਾਬੀ ਅਤੇ ਗ੍ਰਹਿਸਤ ਪ੍ਰਤੀ ਗੈਰ ਜ਼ਿੰਮੇਵਾਰ ਮਰਦ ਨਾਲ ਵਿਆਹ ਹੋ ਜਾਂਦਾ ਹੈ ਤਾਂ ਉਸਨੂੰ ਇਹ ਮੌਕਾ ਜਾਂ ਅਧਿਕਾਰ ਨਹੀਂ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਮਨਪਸੰਦ ਵਿਅਕਤੀ ਨਾਲ ਵਿਆਹ ਕਰਾ ਸਕੇ। ਇਸ ਤਰ੍ਹਾਂ ਉਸਦੇ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਹਨ। ਪ੍ਰਸ਼ਨ 14ਵਾਂ, ਸ਼ੇਰੂ ਦੇ ਚਰਿੱਤਰ ਦੀਆਂ ਵਿਸ਼ੇਸ਼ਤਾਵਾਂ ਲਿਖੋ। ਉੱਤਰ, ਸ਼ੇਰੂ ਮਨ ਦੀਆਂ ਮਨ ਵਿੱਚ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਇੱਕ ਸੁੰਦਰ ਤੇ ਸਜਿਆ ਫੱਬਿਆ ਨੌਜਵਾਨ ਹੈ। ਉਹ ਅੰਬੋ ਨੂੰ ਪਿਆਰ ਕਰਦਾ ਹੈ। ਉਹ ਸੁੰਦਰਤਾ ਦਾ ਪ੍ਰੇਮੀ, ਮਨਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣ ਦਾ ਚਾਹਵਾਨ, ਪਿਆਰ ਲਈ ਸਭ ਕੁਝ ਕਰਨ ਵਾਲਾ, ਜ਼ਿੰਦਗੀ ਨੂੰ ਮਾਣਨ ਦਾ ਚਾਹਵਾਨ, ਹਸਮੁਖ ਅਤੇ ਮਖੌਲੀਆ, ਨਿਡਰ ਪਰੰਤੂ ਦੁਖਾਂਤਕ ਪਾਤਰ ਹੈ। ਪ੍ਰਸ਼ਨ 15ਵਾਂ, ਮਨ ਦੀਆਂ ਮਨ ਵਿੱਚ ਇਕਾਂਗੀ ਦੇ ਪਾਤਰਾਂ ਦੇ ਨਾਂ ਲਿਖੋ। ਉੱਤਰ, ਅੰਬੋ, ਸ਼ੇਰੂ, ਕਰਮਾ, ਕਰਮੋ, ਲੰਬੜਦਾਰ, ਰਾਜਾ। ਇਸ ਤੋਂ ਬਿਨਾਂ ਬੱਚਿਓ ਇਹ ਵੀ ਪ੍ਰਸ਼ਨ ਆ ਸਕਦਾ ਹੈ, ਸਾਨੂੰ ਪਤਾ ਹੈ ਕਿ ਹਮੇਸ਼ਾ ਹੁਣ ਤੱਕ ਕੋਈ ਵੀ ਅਸੀਂ ਕਹਾਣੀ ਪੜ੍ਹੀ ਹੈ ਜਾਂ ਕਵਿਤਾ ਪੜ੍ਹੀ ਹੈ ਤਾਂ ਉਹਦੇ ਲੇਖਕ ਬਾਰੇ ਵੀ ਪੁੱਛਿਆ ਜਾਂਦਾ ਹੈ। ਸੋ ਮਨ ਦੀਆਂ ਮਨ ਵਿੱਚ ਇਕਾਂਗੀ ਦਾ ਲੇਖਕ ਕੌਣ ਹੈ, ਇਹ ਪ੍ਰਸ਼ਨ ਵੀ ਆ ਸਕਦਾ ਹੈ। ਸੋ ਇਸ ਇਕਾਂਗੀ ਦਾ ਲੇਖਕ ਹੈ ਡਾਕਟਰ ਹਰਚਰਨ ਸਿੰਘ। ਇਹ ਸਨ ਇਸ ਕਹਾਣੀ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਅਤੇ ਅਜਿਹੀਆਂ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੇਕਰ ਵੀਡੀਓ ਪਸੰਦ ਆਵੇ ਤਾਂ ਉਸਨੂੰ ਲਾਈਕ ਕਰੋ। ਧੰਨਵਾਦ।